ਨਿਤਨੇਮ ਕਰਨ ਤੋਂ ਪਹਿਲਾਂ ਸਤਿਗੁਰਾਂ ਦਾ ਨਾਮ ਲੈਣਾ, ਸਰੂਪ ਦਾ ਧਿਆਨ ਕਰਕੇ ਵੇ ਜੇ ਜ਼ਿਆਦਾ ਵੀ ਤੇਜ਼ੀ ਆ ਤਾਂ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾਸ ਪੰਜਾਂ ਬਾਣੀਆਂ ਦਾ ਨਿਤਨੇਮ ਕਰਨ ਲੱਗਿਆ। ਆਪ ਸਹਾਈ ਹੋਵੋ, ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ੋ, ਰਾਸ ਇਕਾਗਰਤਾ ਟਿਕਾ ਬਖਸ਼ਿਸ਼ ਕਰੋ, ਕੋਈ ਵਿਘਨ ਨਾ ਪਵੇ, ਮਿਹਰ ਕਰੋ। ਅਰਦਾਸ ਬੇਨਤੀ ਕਰਕੇ ਫਿਰ ਆਪਣਾ ਨਿਤਨੇਮ ਪ੍ਰਾਰੰਭ ਕਰ ਦਿਓ। ਇੰਨੇ ਨਾਲ ਹੀ ਸਤਿਗੁਰੂ ਦੀ ਸਹਾਇਤਾ ਹੁੰਦੀ ਹੈ। ਔਰ ਕਈਆਂ ਨੇ ਇਹ ਪ੍ਰੈਕਟੀਕਲ ਦਾ ਮੈਨੂੰ ਨਾਲ ਹੀ ਰਿਜ਼ਲਟ ਆ ਵਜੈਂਸੇ ਵੀ ਦੱਸਿਆ ਸੀ। ਹੁਣ ਇੱਥੇ ਦੀਆਂ ਸੰਗਤਾਂ ਨੇ ਦੱਸਿਆ ਵੀ ਹਾਂ ਹੁਣ ਅੱਗੇ ਨਾਲੋਂ ਫਰਕ ਹੈ। ਵੀ ਪਹਿਲਾਂ ਅਸੀਂ ਉੱਦਾਂ ਹੀ ਬਸ ਸਵੇਰੇ ਫਟਾਫਟ ਭੱਜ ਕੇ ਆ ਕੇ ਪੋਥੀ ਫੜ ਲਓ ਅਤੇ ਆਪਣਾ ਨਿਤਨੇਮ ਸ਼ੁਰੂ ਕੀਤਾ। ਕਿਸੇ ਨੂੰ ਵਿੱਚ ਨੀਂਦ ਆਉਂਦੀ ਹੈ, ਕਿਸੇ ਦਾ ਮਨ ਨਹੀਂ ਟਿਕਦਾ ਹੈ। ਗੁਰੂ ਕਾਹਦੇ ਲਈ ਹੈ? ਇਸੇ ਨੂੰ ਗੁਰੂ ਕਹਿੰਦੇ ਨੇ ਕਿ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਇਹ ਸਰੂਪ ਦਾ ਧਿਆਨ ਜਿਹੜਾ ਕਰਨਾ, ਸਰੂਪ ਦਾ ਧਿਆਨ ਕਰਕੇ ਅਰਦਾਸ ਕਰ ਲਓ। ਕਿਤੇ ਵੀ ਕਦੇ ਵੀ ਕੋਈ ਔਂਕੜ ਆ ਜੇ, ਅਰਦਾਸ ਕੋਈ ਜ਼ਰੂਰੀ ਫਿਰ ਉੱਥੇ ਨਾਮ ਲੈਣੇ, ਸਿਰਫ ਇੱਕ ਵਾਰ ਯਾਦ ਹੀ ਕਰ ਲਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇੰਨਾ ਜ਼ਰੂਰ ਕਹਿੰਦੇ, ਮੈਨੂੰ ਯਾਦ ਤਾਂ ਕਰ ਲੈਂਦਾ, ਫਿਰ ਤੇਰੀ ਸਹਾਇਤਾ ਵੀ ਕਰਦਾ ਮੈਂ। ਇਸ ਕਰਕੇ ਹਮੇਸ਼ਾ ਯਾਦ ਕਰਨਾ। ਜਿਵੇਂ ਪਟਿਆਲੇ ਦਾ ਇੱਕ ਆਪਣਾ ਸਿੰਘ ਹੈ ਕੁਲਵੰਤ ਸਿੰਘ ਗਰੇਵਾਲ, ਉਹ ਹਵਾਈ ਜਹਾਜ਼ ਚਲਾਉਂਦਾ ਸੀ ਪਹਿਲਾਂ, ਹੁਣ ਉਹ ਪਾਇਲਟ ਆ ਜਹਾਜ਼ਾਂ ਦੇ ਵਿੱਚ। ਕਹਿੰਦਾ ਪਹਿਲਾਂ ਸਾਨੂੰ ਭਾਰ ਢੋਣ ਵਾਲੇ ਜਹਾਜ਼ ਚਲਵਾਉਣ ਦਿੰਦੇ, ਕਿਉਂ ਸਵਾਰੀਆਂ ਵਾਲਾ ਜਹਾਜ਼ ਪਹਿਲਾਂ ਨਹੀਂ ਦਿੰਦੇ। ਕਹਿੰਦਾ ਭੋਪਾਲ ਤੋਂ ਜਹਾਜ਼ ਅਸੀਂ ਇੱਕ ਵਾਰ ਤੋਰਨਾ ਮੱਧ ਪ੍ਰਦੇਸ਼ 'ਚੋਂ, ਭਰ ਲਿਆ ਪੂਰਾ। ਕਹਿੰਦਾ ਜਹਾਜ਼ ਮੈਂ ਦੇਖਿਆ ਹੀ ਨਹੀਂ, ਮੈਂ ਆਪਣਾ ਅਖਬਾਰ ਪਰ ਉਹ ਓਵਰਲੋਡ ਹੋ ਗਿਆ। ਕਹਿੰਦਾ ਮੈਂ ਕਿਹਾ ਚੱਲ ਦੇਖੀ ਜਾਓ। ਹੁਣ ਸਾਹਮਣੇ ਉੱਥੇ ਪਹਾੜੀ ਏਅਰਪੋਰਟ ਦੇ, ਕਹਿੰਦਾ ਜਦੋਂ ਮੈਂ ਜਹਾਜ਼ ਰਨਵੇ 'ਤੇ ਪੂਰਾ ਭਜਾ ਕੇ ਉੱਪਰ ਨੂੰ ਉਡਾਇਆ, ਉਹ ਲੋਡ ਕਰਕੇ ਤਾਹਾਂ ਨੂੰ ਪੂਰਾ ਨਹੀਂ ਸੀ ਉਡ ਸਕਦਾ, ਟਾਈਮ ਲੱਗ ਜਾਂਦਾ ਥੋੜ੍ਹਾ ਜਿਹਾ। ਕਹਿੰਦਾ ਮੈਨੂੰ ਇਹ ਸੀ ਵੀ ਹੁਣ ਬਸ ਪਹਾੜੀ ਹੈ ਸਾਹਮਣੇ, ਗਏ। ਕਹਿੰਦਾ ਉਹ ਸਟੀਅਰਿੰਗ ਜਾਂ ਮੈਂ ਪੂਰਾ ਉੱਪਰ ਨੂੰ ਖਿੱਚਤਾ। ਕਹਿੰਦਾ ਮੈਂ ਦੇਖ ਲਿਆ ਸਾਹਮਣੇ ਪਹਾੜੀ, ਬਈ ਗਏ, ਹੁਣ ਮੌਤ ਆ ਗਈ ਸਾਹਮਣੇ। ਕਹਿੰਦਾ ਵੀ ਇਹ ਪਤਾ ਨਹੀਂ ਲੱਗਿਆ ਵੀ 10 ਗੁਰਾਂ ਦਾ ਨਾਮ ਮੈਂ ਇੰਨੀ ਤੇਜ਼ੀ ਨਾਲ ਲੈ ਕੇ ਬੇਨਤੀ ਕੀਤੀ, ਮਹਾਰਾਜ ਬਚਾ ਲਓ, ਗਏ ਬਸ। ਕਹਿੰਦਾ ਟਾਵਰ ਵਾਲੇ ਨੇ ਮੈਨੂੰ ਵਾਇਰਲੈਸ ਕੀਤੀ, ਕਹਿੰਦਾ ਉਹ ਕੀ ਹੋ ਗਿਆ, 1 ਫੁੱਟ ਦਾ ਹੀ ਫਰਕ ਰਿਹਾ ਬਸ, ਨਹੀਂ ਮਰ ਜਾਣਾ ਸੀ ਅੱਜ। ਸਤਿਗੁਰੂ ਜੀ ਸਹਾਇਤਾ ਕਰਦੇ ਨੇ। ਉਸੇ ਦਾ ਭਰਾ ਕੈਪਟਨ ਮਰਚੈਂਟ ਨੇਵੀ 'ਚ ਹੈ, ਉਹ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਕੋਲ ਆਇਆ। ਕਹਿੰਦੇ ਮਰਚੈਂਟ ਨੇਵੀ 'ਚ ਜਹਾਜ਼ਾਂ 'ਚ ਜਦੋਂ ਅਸੀਂ ਹੁੰਦੇ ਹਾਂ ਸਮੁੰਦਰ ਵਿੱਚ, ਕਦੇ ਕਦੇ ਮਹਾਰਾਜ ਛੱਲਾਂ ਬਹੁਤ ਵੱਡੀਆਂ ਵੱਡੀਆਂ ਆ ਜਾਂਦੀਆਂ, ਡਰ ਲੱਗਦਾ। ਮੈਂ ਉਹਨੂੰ ਪੁੱਛਿਆ ਸੀ ਛੱਲਾਂ ਕਿੱਡੀਆਂ ਕੁ ਹੁੰਦੀਆਂ? ਕਹਿੰਦਾ ਸਾਡੇ ਜਹਾਜ਼ ਦੇ ਉੱਤੇ ਤੋਪ ਲੱਗੀ ਹੁੰਦੀ ਹੈ, ਕਿ ਇੱਕ ਵਾਰ ਛੱਲ ਆਈ, ਕਹਿੰਦਾ ਤੋਪ ਦਾ ਹੀ ਮੂੰਹ ਮੋੜਤਾ ਉਹਨੇ, ਐਡੀ ਜ਼ੋਰ ਦੀ ਛੱਲ ਵੱਜੀ ਆ ਕੇ, ਖਤਰਨਾਕ ਛੱਲਾਂ। ਉਹਨੇ ਮਹਾਂਪੁਰਖਾਂ ਨੂੰ ਕਿਹਾ ਵੀ ਮੈਨੂੰ ਕੋਈ ਸ਼ਬਦ ਦੱਸੋ ਵੀ ਜੇ ਇਹੋ ਜਿਹੀ ਔਂਕੜਾ ਜੇ। ਮਹਾਂਪੁਰਖ ਕਹਿੰਦੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਇਸੇ ਕਰਕੇ ਲਿਖਿਆ ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, 17 ਅਨੇਕ ਚਲਾਵਤ ਕਹਾਵਤ ਤਨੇਕ ਨ ਲਾਗਨ ਪਾਵੈ, ਰਾਖਤ ਹੈ ਆਪਣੋ ਕਰਦਾ ਕਰ, ਪਾਪ ਸਮੂਹ ਨ ਭੇਟਨ ਪਾਵੈ, ਔਰ ਕੀ ਬਾਤ ਕਹਾਂ ਕਹਿਤੋ ਸੋ ਪੇਟ ਹੀ ਕੇ ਪਟ ਬੀਚ ਬਚਾਵੈ। ਕਹਿੰਦਾ ਆ ਗਿਆ ਜਦੋਂ ਸਮੁੰਦਰ ਦੇ ਵਿੱਚ ਇੰਨੀਆਂ ਛੱਲਾਂ ਵੀ ਹੁਣ ਲੱਗਿਆ ਵੀ ਹੁਣ ਅੱਜ ਨਹੀਂ ਬਚਣਾ, ਬਸ ਜਹਾਜ਼ ਅੱਜ ਜਾਊਗਾ, ਡੁੱਬ ਗਿਆ। ਕਹਿੰਦਾ ਮਹਾਂਪੁਰਖਾਂ ਦੀ ਫੋਟੋ ਪਈ ਸੀ, ਬਸ ਮੈਂ ਹੁਣ ਕਿ ਵੀ ਅੱਜ ਬਚਾ ਲਓ ਹੁਣ। ਔਰ ਨਾਲ ਉਹ ਸ਼ਬਦ ਸ਼ੁਰੂ ਕਰ ਲਿਆ ਰੋਗਨ ਤੇ ਅਰ ਸੋਗਨ ਤੇ। ਕਹਿੰਦਾ ਬਸ 1-2 ਮਿੰਟ ਬਾਅਦ ਐਨ ਸਮੁੰਦਰ ਸ਼ਾਂਤ ਹੋ ਗਿਆ, ਜਿਵੇਂ ਲਹਿਰ ਆਈ ਨਹੀਂ ਹੁੰਦੀ ਕੋਈ। ਮੱਖਣ ਸ਼ਾਹ ਦਾ ਜਹਾਜ਼ ਬੰਨੇ ਲਾਇਆ, ਇਹ ਸਭ ਨੂੰ ਪਤਾ। ਮਨਸੁਖ ਸ਼ਾਹੂਕਾਰ ਦਾ ਜਹਾਜ਼ ਪਹਿਲੇ ਪਾਤਸ਼ਾਹ ਨੇ ਬੰਨੇ ਲਾਇਆ। ਸਿਰਫ ਧਿਆਨ ਦੀ ਲੋੜ ਹੈ। ਕੋਈ ਕੰਮ ਕਰਨਾ ਹੈ, ਕੁਛ ਵੀ ਕਰਨਾ ਹੈ, ਪਹਿਲਾਂ ਇੱਕ ਵਾਰੀ ਸਿਰਫ ਗੁਰੂ ਸਾਹਿਬ ਦਾ ਧਿਆਨ ਕਰ ਲਓ। ਧਿਆਨ ਕਰਕੇ ਬੇਨਤੀ ਕਰਕੇ ਕਿਸੇ ਵੀ ਕਰਮ ਨੂੰ ਕਰੀਏ ਤਾਂ ਸਤਿਗੁਰੂ ਜੀ ਨਾਲ ਸਹਾਇਤਾ ਕਰਦੇ ਨੇ।
ਇਹ ਬੇਨਤੀ ਕਰਕੇ ਕਿਸੇ ਵੀ ਕਰਮ ਨੂੰ ਕਰੀਏ ਤਾਂ ਸਤਿਗੁਰੂ ਜੀ ਨਾਲ ਸਹਾਇਤਾ ਕਰਦੇ ਨੇ। ਮੈਂ ਬੜੇ ਸਾਲ ਪਹਿਲਾਂ ਛੋਟੇ ਸਾਡੇ ਨਾਲ ਇੱਕ ਜਥੇਦਾਰ ਸੀ, ਉਹਨਾਂ ਦੀ ਕਥਾ ਦੀ ਡਿਊਟੀ ਲੱਗੀ, ਮੇਰੀ ਡਿਊਟੀ ਨਾਲ ਪਾਠ ਤੇ ਲੱਗੀ। ਅਸੀਂ ਇੱਕ ਇਲਾਕੇ ਚਲੇ ਗਏ। ਉਸ ਥਾਂ ਤੇ ਲੋਕ ਇੱਕ ਬਾਬੇ ਨੂੰ ਮੰਨਦੇ ਸੀਗੇ। ਉਹ ਬਾਬਾ ਉਦੋਂ ਅਸੀਂ ਛੋਟੇ ਛੋਟੇ, ਬਾਹਲਾ ਸਾਨੂੰ ਨੌਲੇਜ ਨਹੀਂ ਸੀ ਕਿਸੇ ਗੱਲ ਦੀ, ਪਰ ਮੈਂ ਦੇਖਿਆ ਉਹਨੇ ਐਂ ਖੂੰਜੇ ਜੇ ਚ ਆਪਦੇ ਆਸਣ ਦੇ ਨਾਲ ਇੱਕ ਇੰਨੀ ਕੁ ਬੋਰੀ ਜੀ ਰੱਖੀ, ਉਹਦੇ 'ਚ ਉਹਨੇ ਕਾਲੀ ਖਸਖਸ ਰੱਖੀ ਹੋਈ ਸੀ। ਉਹ ਅਸੀਂ ਵੀ ਗਏ ਉੱਥੇ, ਉਹ ਕਥਾ ਕਰਨ ਗਏ ਸਿੰਘ। ਉਸ ਵਕਤ ਉਹ ਜਿਹੜੇ ਮੁੰਡਿਆਂ ਨੂੰ ਕਹਿੰਦੇ ਹਾਂ ਵੀ ਟੈਂਟ ਲਾ ਤੇ ਕੰਮ ਕਰਤਾ, ਉਹ ਮੁੰਡੇ ਕਹਿਣ ਬਾਬਾ ਦਹੀਂ ਪ੍ਰਸਾਦ, ਉਹ 'ਚ ਮੁੱਠੀ ਭਰ ਕੇ ਖਸਖਸ ਦੇ ਦਿਆ ਕਰੇ। ਮੈਂ ਨਾਲ ਦੇ ਨੂੰ ਪੁੱਛਿਆ, ਮੈਂ ਇਹ ਕੀ ਚੀਜ਼ ਹੈ? ਕਹਿੰਦਾ ਇਹ ਕਾਲੀ ਖਸਖਸ। ਇਹ ਕੀ ਕਰਦੀ? ਕਹਿੰਦਾ ਇਹ 'ਚ ਨਸ਼ਾ ਬਹੁਤ ਹੁੰਦਾ। ਤੇ ਬਾਬੇ ਨੇ ਉਹ ਖਸਖਸ ਤੇ ਹੀ ਲਾਏ ਹੋਏ ਸੀ ਲੋਕ। ਕਹਿਣ ਤੋਂ ਭਾਵ ਕਿ ਜਿਹੜੇ ਬੰਦੇ ਵਿੱਚ ਆਪ ਨਹੀਂ ਹੈ ਕੁਛ, ਜੋਤ ਪ੍ਰਕਾਸ਼ ਨਹੀਂ, ਕਿਰਪਾ ਨਹੀਂ, ਉਹ ਲੋਕਾਂ ਨੂੰ ਨਸ਼ੇ ਦੇ ਰਾਹੀਂ ਲੋਕਾਂ ਨੂੰ ਅਧੀਨ ਕਰਦੇ। ਨਕਲੀ ਗੁਰੂਆਂ ਵਿੱਚ ਇਹ ਗੱਲ ਹੈ। ਫਿਰ ਅਗਲੇ ਨੂੰ ਛੋਟ ਦੇ ਦਿਓ। ਬਹੁਤੀ ਸ਼ਰਾਬ ਪੀਣ ਵਾਲੇ ਨੂੰ ਕਹਿਣਗੇ ਮਹਾਂਪੁਰਸ਼, ਜਿਹੜਾ ਕੁਕਰਮੀ ਬੰਦਾ ਉਹਨੂੰ ਕਹਿਣਗੇ ਬ੍ਰਹਮ ਗਿਆਨੀ। ਇੱਦਾਂ ਉਹਨਾਂ ਨੇ ਜਿਹੜੇ ਇਹਨਾਂ ਅੱਖਰਾਂ ਨੂੰ ਬਦਨਾਮ ਕੀਤਾ ਸੰਸਾਰ ਦੇ ਵਿੱਚ। ਅਧੂਰਾ ਗੁਰੂ ਅਧੂਰੇਪਣ ਵੱਲ ਹੀ ਪ੍ਰੇਰਦਾ, ਕਿਉਂਕਿ ਇਹ ਮੇਰੀ ਫੌਜ ਬਣ ਜਾਵੇ। ਉਹਦੀ ਕਮਜ਼ੋਰੀ ਦਾ ਫਾਇਦਾ ਉਠਾ ਕੇ ਉਹਨੂੰ ਹੋਰ ਕਮਜ਼ੋਰ ਕਰਦਾ। ਨਸ਼ੇ ਵਾਲੇ ਦਾ ਨਸ਼ਾ ਰੋਕਦਾ ਨਹੀਂ, ਉਹਨੂੰ ਹੋਰ ਨਸ਼ਾ ਲਾਤਾ। ਵਿਸ਼ੇ ਵਿਕਾਰਾਂ ਵਿੱਚ ਫਸਿਆ ਉਹਨੂੰ ਕਹਿਤਾ ਕਿ ਜਿੰਨੇ ਮਰਜ਼ੀ ਵਿਸ਼ੇ ਵਿਕਾਰ ਭੋਗੋ, ਮੈਂ ਮੁਕਤੀ ਦਊਂਗਾ। ਉਹਨੂੰ ਪਤਾ ਮੈਂ ਨਰਕਾਂ ਨੂੰ ਜਾਣਾ ਹੀ ਆ, ਪਰ ਆਹ ਜੱਗ ਮਿੱਠਾ ਅਗਲਾ ਕਿ ਡਿੱਠਾ, ਅਗਲੇ ਨੂੰ ਤਾਂ ਇੱਕ ਵਾਰ ਖਿੱਚੋ ਇੱਧਰ ਨੂੰ। ਇਸ ਤਰ੍ਹਾਂ ਸੰਸਾਰ ਦੇ ਅੰਦਰ ਬਹੁਤ ਕੁਝ ਚੱਲਦਾ, ਬਹੁਤ ਗੁਰੂ ਵੀ ਨਕਲੀ ਚੱਲਦੇ ਨੇ, ਨਕਲੀ ਮਹਾਤਮਾ ਵੀ ਕਈ ਨਕਲੀ ਬਣ ਜਾਂਦੇ ਨੇ। ਕਈ ਇੱਕ ਕਲਯੁਗ ਹੈ, ਕਲਯੁਗ ਦੇ ਵਿੱਚ ਪਖੰਡ ਦਾ ਬਹੁਤ ਜ਼ਿਆਦਾ ਜ਼ੋਰ ਹੈ। ਗੱਲ ਆਪਾਂ ਇੱਥੇ ਲਿਆਉਣੀ ਆ ਕਿ ਆਪਾਂ ਕਿਸ ਗੁਰੂ ਦੇ ਸਿੱਖ ਹਾਂ। ਕਿਉਂਕਿ ਜਦੋਂ ਆਪਾਂ ਇੱਕ ਚੀਜ਼ ਹੁੰਦੀ, ਆਪਾਂ ਸੁਭਾਵਕ ਨਾਰਮਲੀ ਵੀ ਸਾਡੇ ਮਾਤਾ ਪਿਤਾ ਸਿੱਖ ਸੀ, ਉਹਨਾਂ ਦੇ ਮਾਤਾ ਪਿਤਾ ਸਿੱਖ ਸੀ, ਤੇ ਗਾਂ ਸਿੱਖਾਂ ਦੇ ਘਰੇ ਸਿੱਖ, ਉਹ ਸੁਭਾਵਕ ਆਉਂਦੇ ਨੇ। ਅਸੀਂ ਉਹਨਾਂ ਨਾਲ ਮੱਥਾ ਟੇਕਣ ਗੁਰੂ ਘਰ ਆਏ, ਫਿਰ ਅਸੀਂ ਆ ਹੀ ਗਏ। ਅਸੀਂ ਕਦੇ ਸੋਚਿਆ ਨਹੀਂ ਹੈ ਕਿ ਆਪਾਂ ਮੱਥਾ ਟੇਕਣ ਕਿਹਨੂੰ ਆ ਰਹੇ ਹਾਂ, ਕਿਉਂ। ਆਮ ਤੌਰ 'ਤੇ ਘਰਾਂ 'ਚ ਜਦੋਂ ਇਕੱਠੇ ਬੈਠਦੇ, ਕਦੇ ਪ੍ਰਸ਼ਾਦਾ ਛਕਦੇ ਹਾਂ, ਨਿੱਕੇ ਨਿੱਕੇ ਬੱਚਿਆਂ ਨੂੰ ਪੁੱਛੀਦਾ ਕਿੰਨੇ ਸਤਿਗੁਰ ਦੇ ਨਾਂ, ਉਹ 10 ਗੁਰਾਂ ਦੇ ਨਾਂ ਸੁਣਾਉਂਦੇ। ਫਿਰ ਉਹਨਾਂ ਨੂੰ ਪੁੱਛਦੇ ਹੁਣ ਗੁਰੂ ਕੌਣ ਹੈ। ਇਹ ਕੁਐਸਚਨ ਕਈ ਬੱਚਿਆਂ ਨੇ ਨਹੀਂ ਜਵਾਬ ਦਿੱਤਾ। ਹੁਣ ਕਰਕੇ ਫਿਰ ਉੱਥੇ ਰੁਕ ਜਾਂਦੇ ਨੇ। ਫਿਰ ਉਹਨਾਂ ਦੱਸਿਆ ਵੀ ਹੁਣ ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ। ਬਹੁਤੇ ਨਿਆਣੇ ਮੱਥਾ ਟੇਕਣ ਆਉਂਦੇ ਨੇ, ਪਰ ਉਹਨੂੰ ਸਤਿਗੁਰ ਦਾ ਨਹੀਂ ਪਤਾ ਹੈ ਸਤਿਗੁਰ ਹੁੰਦੇ ਕੀ ਨੇ। ਗੋ ਨਾਮ ਅਗਿਆਨ ਦਾ ਹਨੇਰਾ ਮੇਟ ਕੇ ਰੂ ਜੋ ਕਰਦਾ ਹੈ ਪ੍ਰਕਾਸ਼। ਸੱਤ ਦੀ ਪ੍ਰਾਪਤੀ ਤੱਕ ਲੈ ਕੇ ਜਾਂਦਾ ਸਿੱਖ ਨੂੰ, ਉਹਨੂੰ ਸਤਿਗੁਰ ਕਹਿੰਦੇ ਨੇ। ਤੇ ਸਤਿਗੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਪਰਮੇਸ਼ਰ ਆਪ ਸ੍ਰਿਸ਼ਟੀ ਤੇ ਆਏ ਨੇ। ਤਾਂ ਤੇ ਆਪਾਂ ਨੂੰ ਸਤਿਗੁਰ ਨੂੰ ਸਮਝਣ ਦੀ ਲੋੜ ਹੈ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ। ਅਧੂਰਾ ਗੁਰੂ ਆਪਣੇ ਸਿੱਖ ਦੀ ਪ੍ਰਤਪਾਲਨਾ ਨਹੀਂ ਕਰ ਸਕਦਾ। ਕਿਤੇ ਵੀ ਸੰਕਟ ਪੈ ਜਾਵੇ, ਪਿੰਡਾਂ ਦੇ ਵਿੱਚ ਹੁਣ ਵੀ ਦੇਖਿਆ ਕਈ ਨਕਲੀ ਗੁਰੂਆਂ ਦੇ ਬੰਦੇ ਨੇ, ਉਹਨਾਂ ਦਾ ਜੇ ਕੋਈ ਚੜ੍ਹਾਈ ਕਰ ਜੇ, ਸਰੂਪ ਲੈਣ ਮਹਾਰਾਜ ਦਾ ਗੁਰਦੁਆਰੇ ਜਾਂਦੇ ਨੇ। ਇੱਕ ਬੰਦੇ ਨੇ ਉਹਨਾਂ ਦੇ ਨਕਲੀ ਬੰਦਿਆਂ ਨੂੰ ਕੁਐਸਚਨ ਕੀਤਾ ਵੀ ਜੇ ਤੁਹਾਡਾ ਗੁਰੂ ਕੌਣ ਹੈ? ਕਹਿੰਦਾ ਜੀ ਫਲਾਨਾ। ਤੇ ਤੁਸੀਂ ਸਾਡੇ ਸਤਿਗੁਰੂ ਨੂੰ ਹੁਣ ਕਿਉਂ ਲੈ ਕੇ ਚੱਲੇ ਹੋ? ਹੁਣ ਆਪਣੇ ਗੁਰੂ ਨੂੰ ਲਿਆਓ ਤਾਂ ਉੱਥੋਂ ਜਾ ਕੇ। ਹੁਣ ਕਹਿਣ ਤੋਂ ਭਾਵ ਕਿ ਵਰਤੋਂ ਗੁਰੂ ਗ੍ਰੰਥ ਸਾਹਿਬ ਦੀ ਕਰਨੀ, ਦੁਕਾਨਾਂ ਆਪਣੀਆਂ ਚਲਾਉਣੀਆਂ, ਇਹ ਇੱਕ ਪੱਖ ਹੈ ਜਿਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਸੋਚਣਾ ਵੀ ਹੈ, ਧਿਆਨ ਵੀ ਦੇਣਾ ਹੈ ਕਿ ਸੰਸਾਰ ਦੇ ਵਿੱਚ ਅਧੂਰਾਪਣ ਆ ਰਿਹਾ। ਸੰਸਾਰ ਨੂੰ ਅਧੂਰੇ ਗੁਰੂ, ਅਧੂਰੇ ਮਹਾਤਮਾ ਪੂਰੇ ਵੀ ਨੇ,
महात्मा अधूरे भी ने, गुरु पूरे भी ने, गुरु अधूरे भी ने। इस चीज़ की पहचान आपां नूं करन दी लोड़ पवेगी कि आपां ने सतगुरु महाराज सच्चे पातशाह वल देखना है कि सतगुर सिख की करै प्रतपाल। पूरे गुरु ने देखिया कि सिख दा जहाज डुबदा, प्रतपालना करदा। सतगुरु सिख दे जहाज नूं मोढा ला के खुबे होए जहाज नूं कढ़दा है। अज नकली गुरु दा चेला किते भी फस जे तो उहदा गुरु उहनूं कढ़ नहीं सकदा, क्योंकि वो अधूरा गुरु। ਜਿਹਦਾ ਗੁਰੂ ਇੱਥੇ ਹੀ ਨਹੀਂ ਕੱਢ ਸਕਦਾ, ਉਹਨੇ ਪਰਲੋਕ ਵਿੱਚ ਉਹਨੂੰ ਕੀ ਛਡਾਉਣਾ। ਇਹ ਗੱਲ ਨੂੰ ਸੰਸਾਰ ਦੇਖਦਾ ਨਹੀਂ, ਪਰ ਆਪਾਂ ਇਹ ਦੇਖਣਾ ਹੈ ਹੁਣ ਆਪਣੇ ਵਿੱਚ ਦੀਆਂ ਕਮੀਆਂ ਜਿਹੜੀਆਂ ਉਹ ਦੂਰ ਕਿਵੇਂ ਕਰਨੀਆਂ। ਆਪਾਂ ਨੂੰ ਪੂਰਨ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ। ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋਣ ਦੇ ਬਾਵਜੂਦ ਵੀ ਆਪਾਂ ਪੂਰਾ ਲਾਹਾ ਨਹੀਂ ਲੈ ਸਕਦੇ। ਪੂਰਾ ਗੁਰੂ ਤਾਂ ਆਪਾਂ ਨੂੰ ਮਿਲਿਆ, पर पूरे गुरु दी आपां पूरे गुरु तो लाहा प्राप्त नहीं कीता। पूरे गुरु तो लाहा प्राप्त करनी आपां नूं सतसंगत दी बहुत लोड़ है, गुरसिखां दी संगत करनी दी बहुत लोड़ है।